ਵਿੰਡਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ। ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਘੀ ਜੀ ਆਇਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਐਡਮਿੰਟਨ ਸ਼ਹਿਰ ਤੋਂ ਕੁਝ ਖਬਰਾਂ ਲੈ ਕੇ ਤੁਹਾਡੇ ਲਈ ਹਾਜ਼ਰ ਹੋਇਆ ਜੀ। ਇੱਕ ਤੇ ਸਾਡੇ ਸੂਬੇ ਦੇ ਪ੍ਰੀਮੀਅਰ ਅਲਬਰਟਾ ਦੇ ਜਿਹੜੇ ਜੇਸਨ ਕੈਨੀ ਹੋਰੀ ਆ, ਉਹਨਾਂ ਨੇ 370 ਮਿਲੀਅਨ ਡਾਲਰ ਦੀ ਗ੍ਰਾਂਟ ਦਾ ਅੱਜ ਐਲਾਨ ਕੀਤਾ। ਉਹ 370 ਮਿਲੀਅਨ ਦੀ ਗ੍ਰਾਂਟ ਇਸ ਤਰ੍ਹਾਂ ਖਰਚ ਕੀਤੀ ਜਾਵੇਗੀ ਤਾਂ ਕਿ ਸੂਬੇ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਚੱਲਦੀ ਆ ਰਹੀ ਹੈ ਪਿਛਲੇ ਕੁਝ ਸਾਲਾਂ ਤੋਂ, ਉਹਨੂੰ ਘਟਾਇਆ ਜਾ ਸਕੇ। ਜੀ ਹਾਂ, 370 ਮਿਲੀਅਨ ਦੀ ਜਿਹੜੀ ਗ੍ਰਾਂਟ ਆ, ਇਹ ਸੂਬੇ ਦੀ ਔਰ ਫੈਡਰਲ ਸਰਕਾਰ ਦੋਨਾਂ ਵੱਲੋਂ ਰਲ ਕੇ ਇਹ ਪੈਸੇ ਦਿੱਤੇ ਜਾ ਰਹੇ ਆ। ਔਰ ਇਹਦੀਆਂ ਐਪਲੀਕੇਸ਼ਨ ਜਿਹੜੀਆਂ ਜੀ ਉਹ 20 ਤਰੀਕ ਤੋਂ ਲੈਣੀਆਂ ਸ਼ੁਰੂ ਕਰ ਦੇਣੀਆਂ ਨੇ। ਇਹ ਜਿਹੜੀ ਪਹਿਲੀ ਗੇੜ ਵਿੱਚ 20 ਤਰੀਕ ਆ, ਔਰ ਫਿਰ ਗਾਂ ਸੈਪਟੰਬਰ ਦੇ ਵਿੱਚ ਜਾ ਕੇ ਫਿਰ ਦੁਬਾਰਾ ਜਿਹੜੀਆਂ ਐਪਲੀਕੇਸ਼ਨਾਂ ਹੋਰ ਕੀਤੀਆਂ ਜਾ ਸਕਣਗੀਆਂ। ਔਰ ਇਹਦੇ ਵਿੱਚ ਜਿਹੜੇ ਐਮਪਲੋਈ ਆ ਜੀ, ਉਹ ਕੋਈ ਤਕਰੀਬਨ 22 ਦੇ ਕਰੀਬ ਤੁਸੀਂ ਐਮਪਲੋਈ ਜਿਹੜੇ ਆ ਹਾਇਰ ਕਰ ਸਕਦੇ ਹੋ। ਜਿਹੜਾ ਵੀ ਵਿਅਕਤੀ ਕੋਈ ਨਵੇਂ ਐਮਪਲੋਈ ਨੂੰ ਹਾਇਰ ਕਰੇਗਾ, ਉਹਦੇ ਲਈ 25% ਉਹਦੇ ਜਿਹੜੇ ਵੇਜਸ ਹੈਗੇ ਆ, ਸੈਲਰੀ, ਉਹ ਇਹ ਗ੍ਰਾਂਟ ਜਿਹੜੀ ਆ ਇਹਦੇ ਵਿੱਚੋਂ ਦਿੱਤੇ ਜਾ ਸਕਦੇ ਨੇ। ਔਰ ਜਦੋਂ ਤੁਸੀਂ ਹਾਇਰ ਕਰਦੇ ਹੋ ਉਦੋਂ ਕਾਫੀ ਹਫ਼ਤੇ ਬਾਅਦ ਦੇ ਵਿੱਚ ਤੁਹਾਨੂੰ ਜਿਹੜੀ ਪਹਿਲੀ ਪੇਮੈਂਟ ਆ ਉਹ ਆਏਗੀ, ਔਰ ਜਿਹੜੀ ਦੂਸਰੀ ਪੇਮੈਂਟ ਆ ਉਹ ਵੀ 52 ਹਫ਼ਤਿਆਂ ਦੇ ਬਾਅਦ ਤੁਹਾਨੂੰ ਦਿੱਤੇ ਜਾਣਗੇ। ਔਰ ਇਹ ਪੂਰੇ ਮਤਲਬ ਸਾਲ ਲਈ ਜਿਹੜੀ ਹੈਗੀ ਆ ਜੀ ਗ੍ਰਾਂਟ ਦਿੱਤੀ ਜਾਏਗੀ। ਸੋ ਇਹ ਅੱਜ ਜਿਹੜਾ ਐਲਾਨ ਕੀਤਾ ਗਿਆ ਜੇਸਨ ਕੈਨੀ ਹੋਰਾਂ ਵੱਲੋਂ, ਕਿਉਂਕਿ ਸੂਬੇ ਦੇ ਵਿੱਚ ਜਿਹੜੀ ਅਨਐਮਪਲੋਇਮੈਂਟ ਆ ਜੀ ਉਹ ਬਾਕੀ ਸੂਬਿਆਂ ਦੇ ਨਾਲੋਂ ਜ਼ਿਆਦਾ ਸੀਗੀ। ਪਿਛਲੇ ਸਾਲ ਤਕਰੀਬਨ 16% ਦੇ ਕਰੀਬ ਸੀ, ਐਤਕੀ ਉਹ 9.8% ਦੇ ਕਰੀਬ ਹੈਗੀ ਆ। ਨਿਊਫਨਲੈਂਡ ਵਰਗੇ ਸੂਬਿਆਂ ਨੂੰ ਛੱਡ ਕੇ ਮਤਲਬ ਉਹਨਾਂ ਤੋਂ ਵੀ ਜ਼ਿਆਦਾ ਜਿਹੜੀ ਅਨਐਮਪਲੋਇਮੈਂਟ ਰੇਟ ਸੀਗੀ ਅਲਬਰਟਾ ਦੀ। ਸੋ ਇੱਕ ਚੰਗਾ ਉਪਰਾਲਾ ਹੈ ਜੀ। ਉਹ ਪ੍ਰੀਮੀਅਰ ਕੈਨੀ ਹੋਰੀ ਕਹਿੰਦੇ ਵੀ ਜੇ ਇਹ ਵਰਕ ਵਧੀਆ ਕੀਤਾ ਤਾਂ ਇਹਨੂੰ ਗਾਹਾਂ ਇੱਕ ਸਾਲ ਹੋਰ ਲਈ ਵੀ ਵਧਾਇਆ ਜਾ ਸਕਦਾ ਆ। ਔਰ ਨਾਲ ਦੀ ਨਾਲ ਉਹਨਾਂ ਦੱਸਿਆ ਵੀ ਇਹ ਇਤਿਹਾਸਕ ਇੱਕ ਜਿਹੜਾ ਗ੍ਰਾਂਟ ਦਿੱਤੀ ਜਾ ਰਹੀ ਆ। ਇਦੋਂ ਪਹਿਲਾਂ ਕਦੇ ਵੀ ਐਮਪਲੋਇਮੈਂਟ ਵਾਸਤੇ ਇੰਨੇ ਪੈਸੇ ਜਿਹੜੇ ਆ ਸੂਬੇ ਦੇ ਵਿੱਚ ਖਰਚ ਨਹੀਂ ਸੀ ਕੀਤੇ ਗਏ। ਔਰ ਦੂਸਰੀ ਖਬਰ ਇਹ ਹੈਗੀ ਹੈ ਜੀ ਵੀ ਇੱਥੇ ਨਾ ਇੱਕ ਜਦੋਂ ਇਲੈਕਸ਼ਨ ਹੋਈ ਸੀਗੀ, ਜਦੋਂ ਪ੍ਰੀਮੀਅਰ ਕੈਨੀ ਹੋਰੀ ਬਣੇ ਨੇ, ਉਦੋਂ ਪਹਿਲਾਂ ਇਹਨਾਂ ਨੇ ਅਨਾਊਂਸ ਕੀਤਾ ਸੀਗਾ ਕਿ ਅਸੀਂ ਇੱਕ ਇਨਵੈਸਟੀਗੇਸ਼ਨ ਕਰਾਂਗੇ। ਇਨਵੈਸਟੀਗੇਸ਼ਨ ਇਹਨਾਂ ਦੇ ਮਨ ਦੇ ਵਿੱਚ ਇਹ ਗੱਲ ਸੀਗੀ ਕਿ ਕੁਝ ਅਜਿਹੀਆਂ ਏਜੰਸੀਜ਼ ਹੈਗੀਆਂ ਜਾਂ ਕੁਝ ਔਰਗੇਨਾਈਜੇਸ਼ਨ ਆ ਜਿਨ੍ਹਾਂ ਨੂੰ ਬਾਹਰਲੇ ਦੇਸ਼ਾਂ ਵਿੱਚੋਂ ਪੈਸੇ ਮਿਲਦੇ ਆ ਅਤੇ ਉਹ ਅਲਬਰਟਾ ਦੀ ਆਇਲ ਇੰਡਸਟਰੀ ਬਾਰੇ ਗਲਤ ਅਫਵਾਹਾਂ ਜਿਹੜੀਆਂ ਉਡਾਉਂਦੀ ਹੈਗੀ ਆ। ਅਤੇ ਉਹ ਇਸ ਕਰਕੇ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਜੀ ਉਹ ਕੀਤੀ ਜਾਵੇਗੀ ਕਿ ਉਹਨਾਂ ਨੂੰ ਪੈਸਾ ਕਿੱਥੋਂ ਆਉਂਦਾ ਹੈਗਾ, ਤਾਂ ਕਿ ਉਹਨਾਂ ਨੂੰ ਐਕਸਪੋਜ਼ ਕੀਤਾ ਜਾ ਸਕੇ। ਸੋ ਉਹ ਇਨਵੈਸਟੀਗੇਸ਼ਨ ਆਰੰਭ ਹੋ ਗਈ ਸੀਗੀ, ਪਰ ਇਨਵੈਸਟੀਗੇਸ਼ਨ ਦਾ ਖਰਚਾ ਵਰਚਾ ਵੀ ਵੱਧ ਗਿਆ, ਔਰ ਜਿਹੜੀਆਂ ਉਹਦੀਆਂ ਡੈਡਲਾਈਨ ਸੀਗੀਆਂ ਉਹ ਇੱਕ ਤੋਂ ਬਾਅਦ ਦੂਸਰੀ ਤੋਂ ਬਾਅਦ ਤੀਸਰੀ ਹੁੰਦੀਆਂ ਜਾ ਰਹੀਆਂ। 31 ਮਈ ਨੂੰ ਉਹਦੀ ਰਿਪੋਰਟ ਦੇਣੀ ਸੀਗੀ, ਪਰ ਉਹਨੂੰ ਹੁਣ ਵਧਾ ਕੇ ਜੀ 31 ਜੁਲਾਈ ਤੱਕ ਲੈ ਗਏ ਨੇ। ਔਰ ਉਹਦਾ ਕਾਰਨ ਇਹ ਦੱਸਿਆ ਜਾਂਦਾ ਵੀ ਜਿਹੜੀਆਂ ਉਹ ਔਰਗੇਨਾਈਜੇਸ਼ਨ ਆ, ਉਹਨਾਂ ਨੇ ਪਿਛਲੀ ਸਾਲ ਕੋਰਟ ਵਿੱਚ ਚਲੇ ਗਏ ਸੀਗੇ ਇੰਜੰਕਸ਼ਨ ਲੈਣ ਲਈ ਵੀ ਇਹ ਬੰਦ ਕੀਤੀ ਜਾਵੇ ਜਿਹੜੀ ਇਨਕੁਆਇਰੀ ਚੱਲ ਰਹੀ ਆ। ਪਰ ਪਿੱਛੇ ਜਿਹੇ ਕੋਰਟ ਨੇ ਫੈਸਲਾ ਦਿੱਤਾ ਔਰ ਉਹਨਾਂ ਨੂੰ ਇੰਜੰਕਸ਼ਨ ਕੋਰਟ ਨੇ ਨਹੀਂ ਦਿੱਤਾ। ਅਤੇ ਉਸ ਗੱਲ ਨੂੰ ਜੇਸਨ ਕੈਨੀ ਹੋਰਾਂ ਨੇ ਆਪਣੇ ਭਾਸ਼ਣ ਦੇ ਵਿੱਚ ਵੀ ਇਹ ਗੱਲ ਕਹੀ ਕਿ ਕੋਰਟ ਨੇ ਬਹੁਤ ਹੀ ਵਧੀਆ ਜਿਹੜਾ ਫੈਸਲਾ ਦਿੱਤਾ ਹੈ, ਅਤੇ ਉਹ ਕਹਿੰਦੇ ਵੀ ਇਹ ਲੋਕ ਜਿਹੜੇ ਆ ਐਕਸਪੋਜ਼ ਹੋਣੇ ਚਾਹੀਦੇ ਨੇ। ਔਰ ਤੀਸਰੀ ਖਬਰ ਇਹ ਹੈਗੀ ਹੈ ਜੀ ਵੀ ਕਦੇ ਸਮਾਂ ਸੀਗਾ ਅਲਬਰਟਾ ਦੇ ਵਿੱਚ ਜਿਹੜਾ ਬਜਟ ਸੀ ਉਹ ਹਮੇਸ਼ਾ ਸਰਪਲਸ ਹੋਇਆ ਕਰਦਾ ਸੀਗਾ। ਬਾਕੀ ਸਾਰੇ ਦੇਸ਼ ਦੇ ਸੂਬਿਆਂ ਵਿੱਚ ਜਦੋਂ ਬੈਲੈਂਸ ਬਜਟ ਕਰਨ ਦੀ ਗੱਲ ਹੁੰਦੀ ਸੀ ਜਾਂ ਡੈਫੀਸਿਟ ਹੋਇਆ ਕਰਦੇ ਸੀਗੇ, ਅਤੇ ਇੱਥੇ ਸਰਪਲਸ ਹੋਇਆ ਕਰਦਾ ਸੀ। ਇਸੇ ਕਰਕੇ ਲੋਕਾਂ ਨੂੰ ਜਿਹੜੀ ਹੈਲਥ ਕੇਅਰ ਦੇ ਪੈਸੇ ਨਹੀਂ ਦੇਣੇ ਪੈਂਦੇ ਸੀਗੇ। ਈਵਨ ਇੱਥੇ ਪ੍ਰੋਵਿੰਸ਼ੀਅਲ ਸੇਲਸ ਟੈਕਸ ਵੀ ਨਹੀਂ ਲਾਇਆ ਗਿਆ। ਪਰ ਉਹ ਸਾਰੀਆਂ ਗੱਲਾਂ ਬਦਲ ਗਈਆਂ ਜਿਉਂ ਹੀ ਤੇਲ ਦੇ ਭਾਅ ਦੁਨੀਆ ਦੇ ਵਿੱਚ ਡਿੱਗੇ ਨੇ। ਉਦੋਂ ਬਾਅਦ ਅਲਬਰਟਾ ਦੇ ਵਿੱਚ ਵੀ ਜਿਹੜਾ ਬਜਟ ਆ ਜੀ ਉਹ ਸਰਪਲਸ ਦੀ ਬਜਾਏ ਡੈਫੀਸਿਟ ਵਿੱਚ ਤੁਰਿਆ ਜਾ ਰਿਹਾ। ਇਸ ਸਾਲ ਜਿਵੇਂ ਹੈ ਜੀ, ਕਿਉਂਕਿ ਐਤਕੀ ਤਾਂ ਪੈਂਡੈਮਿਕ ਕਰਕੇ ਉਹ ਡੈਫੀਸਿਟ ਹੋਰ ਵੀ ਵੱਡਾ ਹੋ ਜਾਣਾ। ਅਤੇ
ਜਿਹੜੀ ਸਟੈਂਡਰਡ ਐਂਡ ਪੂਅਰ ਇੱਕ ਰੇਟਿੰਗ ਏਜੰਸੀ ਆ, ਉਹਨੇ ਅਲਬਰਟਾ ਦੀ ਕ੍ਰੈਡਿਟ ਰੇਟਿੰਗ ਜਿਹੜੀ ਜੀ ਪਲੱਸ ਏ ਤੋਂ ਘਟਾ ਕੇ ਏ ਕਰ ਦਿੱਤੀ ਆ। ਉਹਨਾਂ ਦਾ ਕਹਿਣਾ ਵੀ ਇਹਨਾਂ ਦਾ ਕਰਜ਼ਾ ਜਿਹੜਾ ਉਹ ਬਹੁਤ ਵੱਧ ਚੁੱਕਾ ਆ, ਔਰ ਉਹਨਾਂ ਨੂੰ ਲੱਗਦਾ ਵੀ ਜਿਹੜੇ ਖਰਚੇ ਆ ਉਹ ਸਰਕਾਰ ਦੇ ਵਧੇ ਹੋਏ ਨੇ। ਸੋ ਇਸ ਕਰਕੇ ਉਹ ਕ੍ਰੈਡਿਟ ਰੇਟਿੰਗ ਜਿਹੜੀ ਉਹਨਾਂ ਨੇ ਜੀ ਘਟਾ ਦਿੱਤੀ ਆ। ਪਰ ਜਿਹੜੇ ਸਾਡੇ ਹੈ ਨੇ ਫਾਈਨਾਂਸ ਮਿਨਿਸਟਰ ਟਰੈਵਿਸ ਸਟੇਜ, ਉਹਨਾਂ ਦਾ ਕਹਿਣਾ ਵੀ ਇਹਦੇ ਨਾਲ ਕੋਈ ਬਾਹਲਾ ਫਰਕ ਨਹੀਂ ਪੈਂਦਾ, ਕਿਉਂਕਿ ਸਾਡਾ ਟਰੈਕ ਰੈਕਡ ਅਲਬਰਟਾ ਦਾ ਬਹੁਤ ਵਧੀਆ ਹੈ। ਸਾਨੂੰ ਦੁਨੀਆ ਦੀ ਮਾਰਕੀਟ ਵਿੱਚੋਂ ਪੈਸਾ ਜਿਹੜਾ ਉਹ ਮਿਲ ਸਕਦਾ ਆ, ਔਰ ਅਸੀਂ ਉਹ ਕਹਿੰਦੇ ਕਿ ਜਿਹੜੀ UCP ਸਰਕਾਰ ਆ, ਉਹਨਾਂ ਦਾ ਜਿਹੜਾ ਕੰਜ਼ਰਵੇਟਿਵ ਵੇ ਆਫ ਸਪੈਂਡਿੰਗ ਹੈਗਾ, ਢੰਗ ਤਰੀਕਾ, ਉਹ ਅਗਾਹਾਂ ਨੂੰ ਸਾਨੂੰ ਬੈਲੈਂਸ ਬਜਟ ਕਰਨ ਦੇ ਵਿੱਚ ਹੈਲਪ ਕਰੇਗਾ। ਔਰ ਨਾਲ ਦੀ ਨਾਲ ਉਹਨਾਂ ਬਲੇਮ ਪਿਛਲੀ ਜਿਹੜੀ NDP ਸਰਕਾਰ ਸੀਗੀ ਉਹਦੇ 'ਤੇ ਵੀ ਦਿੱਤਾ ਜੀ, ਵੀ ਕਿਉਂਕਿ ਉਹਨਾਂ ਦਾ ਜਿਹੜਾ ਢੰਗ ਤਰੀਕਾ ਖਰਚੇ ਕਰਨ ਦਾ ਸੀ, ਵੀ ਉਹਦੇ ਨਾਲ ਇਹ ਖਰਚੇ ਸਾਡੇ ਵਧੇ ਹੋਏ ਨੇ। ਖੈਰ ਦੇਖੋ ਜੀ ਕੀ ਅਸਰ ਪੈਂਦਾ ਇਸ ਗੱਲ ਦਾ ਜਿਹੜੀ ਕ੍ਰੈਡਿਟ ਰੇਟਿੰਗ ਥੱਲੇ ਗਈ ਹੈ। ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਘਾ, ਐਡਮਿੰਟਨ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।